ਸੋ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਂਗੇ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਨਾਲ, ਜਿਹੜੇ ਕਿ ਪੰਥ ਦੇ ਇੱਕ ਪ੍ਰਸਿੱਧ ਕਥਾਵਾਚਕ ਹਨ। ਅਤੇ ਅੱਜ ਦਾ ਵਿਸ਼ਾ ਜਿਸ ਦੇ ਬਾਰੇ ਇਹਨਾਂ ਕੋਲੋਂ ਸਾਂਝ ਪਾਵਾਂਗੇ ਤੇ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਗੁਰਬਾਣੀ ਅਨੁਸਾਰ ਔਰਤਾਂ ਨੂੰ ਕਿੰਨੀ ਕੁ ਮਹੱਤਤਾ ਦਿੱਤੀ ਗਈ ਹੈ। ਅੱਜ ਵਿਮਨ ਇੰਪਾਵਰਮੈਂਟ ਦੀ ਤਾਂ ਬੜੀ ਗੱਲਬਾਤ ਹੋ ਰਹੀ ਹੈ, ਪਰ ਇੱਕ ਔਰਤ ਨੂੰ ਜਿਸ ਤਰੀਕੇ ਨਾਲ ਐਜ਼ ਅ ਵਸਤੂ ਟਰੀਟ ਕੀਤਾ ਗਿਆ, ਇਤਿਹਾਸ ਵਿੱਚੋਂ ਕੁਝ ਪੰਨਿਆਂ ਨੂੰ ਅਸੀਂ ਅੱਜ ਫਰੋਲਾਂਗੇ ਤੇ ਉਹਦੇ 'ਚੋਂ ਜਾਣਕਾਰੀ ਲਵਾਂਗੇ ਤੇ ਗੁਰਬਾਣੀ 'ਚ ਕਿਸ ਤਰੀਕੇ ਦੀ ਮਹੱਤਤਾ ਦਿੱਤੀ ਗਈ ਇੱਕ ਔਰਤ ਨੂੰ, ਉਸ ਸੰਬੰਧ ਵਿੱਚ ਆਓ ਜਾਣਕਾਰੀ ਲੈਣੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਤੋਂ। ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਇਤਿਹਾਸ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਔਰਤ ਨੂੰ ਹਮੇਸ਼ਾ ਹੀ ਪੈਰ ਦੀ ਜੁੱਤੀ ਵਜੋਂ, ਖਾਸ ਤੌਰ 'ਤੇ ਭਾਰਤੀ ਸਿਸਟਮ ਨੂੰ ਜਦੋਂ ਅਸੀਂ ਅੱਜ ਫਰੋਲਾਂਗੇ ਉਹਦੇ 'ਚ ਟਰੀਟ ਕੀਤਾ ਗਿਆ। ਅਤੇ ਲੇਕਿਨ ਗੁਰੂ ਸਾਹਿਬ ਜਦੋਂ ਆਏ ਤਾਂ ਗੁਰੂ ਸਾਹਿਬ ਨੇ ਸਤੀ ਦੀ ਪ੍ਰਥਾ ਜਿਹੜੀ ਸੀ ਉਸ ਦੇ ਮੁਤਲਕ ਵੀ ਕਿਹਾ, ਉਸ ਤੋਂ ਬਾਅਦ ਇੱਕ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਪਰ ਅੱਜ ਮੁੜ ਤੋਂ ਉਹੀ ਚੀਜ਼ ਸਾਡੇ ਵਿੱਚ ਵੀ ਆ ਗਈ ਕਿ ਅਸੀਂ ਔਰਤ ਨੂੰ ਲਿਪ ਸਰਵਿਸ ਤਾਂ ਬਹੁਤ ਦੇ ਰਹੇ ਹਾਂ, ਪਰ ਅੱਜ ਜਿਸ ਤਰੀਕੇ ਦੇ ਨਾਲ ਜੈਂਡਰ ਸਾਈਡ ਹੋ ਰਿਹਾ, ਕੁੜੀਆਂ ਨੂੰ ਗਰਭ ਵਿੱਚ ਹੀ ਮਾਰ ਦਿੱਤਾ ਜਾ ਰਿਹਾ, ਈਵਨ ਨਵ ਜੰਮੀਆਂ ਬੱਚਿਆਂ ਨੂੰ ਵੀ ਮਾਰ ਦਿੱਤਾ ਜਾਂਦਾ ਹੈ। ਸੋ ਕਿਸ ਪਾਸੇ ਨੂੰ ਜਾ ਰਹੇ ਤੇ ਗੁਰਬਾਣੀ ਤੋਂ ਕਿਵੇਂ ਦੀ ਸੇਧ ਲੈਣੀ ਹੈ, ਇਹਦੇ ਸੰਬੰਧ ਵਿੱਚ ਜਾਣਕਾਰੀ ਦਿਓ ਜੀ। ਬਿਲਕੁਲ ਜੀ, ਇਹ ਹੈ ਕਿ ਗੁਰਬਾਣੀ ਦੇ ਪੱਖ ਨੂੰ ਵਿਚਾਰਨ ਤੋਂ ਪਹਿਲਾਂ ਅਸੀਂ ਨਾਲ ਪਹਿਲਾਂ ਅਗਰ ਇਹ ਦੇਖੀਏ ਕਿ ਜਿਹੜਾ ਸਮਾਜ ਦੇ ਵਿੱਚ ਔਰਤ ਦੇ ਨਾਲ ਕਿਸ ਤਰੀਕੇ ਦੇ ਨਾਲ ਜਾਤੀ ਹੁੰਦੀ ਰਹੀ ਹੈ, ਜੋ ਹੱਕ ਮਿਲਣਾ ਚਾਹੀਦਾ ਹੈ, ਕਿਉਂਕਿ ਅਕਾਲ ਪੁਰਖ ਨੇ ਸਾਰਿਆਂ ਨੂੰ ਬਰਾਬਰ ਬਣਾਇਆ ਹੈ ਜੀ। ਕਿਤੇ ਵੀ ਅਜਿਹਾ ਨਹੀਂ ਹੈ ਕਿ ਉਹਨੇ ਬਣਾਉਣ ਲੱਗਿਆ ਜਿਹੜਾ ਪੁਰਸ਼ ਹੈ ਉਹਨੂੰ ਜ਼ਿਆਦਾ ਹੱਕ ਦਿੱਤੇ ਨੇ ਤੇ ਜਿਹੜੀ ਔਰਤ ਹੈ, ਇਸਤਰੀ ਹੈ, ਉਹਨੂੰ ਘੱਟ ਹੱਕ ਦਿੱਤੇ ਨੇ ਕਿ ਇਹ ਇੱਥੋਂ ਤੱਕ ਰਵੇ ਜੀ। ਗੁਰੂ ਪਾਤਸ਼ਾਹ ਤੋਂ ਪਹਿਲਾਂ ਹਾਲਾਤ ਬਹੁਤ ਬੱਤਰ ਰਹੇ ਨੇ ਸਮਾਜ ਦੇ। ਜੇ ਅਸੀਂ ਧਰਮ ਗ੍ਰੰਥਾਂ ਦੀ ਗੱਲ ਕਰੀਏ ਜੀ, ਤੇ ਧਰਮ ਗ੍ਰੰਥਾਂ ਦੇ ਵਿੱਚ ਵੀ ਆਮ ਸਮਾਜ ਜਦੋਂ ਪੜ੍ਹਦਾ ਤੇ ਉਹ ਵੀ ਕੁਰਲਾ ਉੱਠਦਾ ਕਿ ਅਜਿਹੇ ਹਾਲਾਤ ਦੇ ਵਿੱਚ ਇਹ ਔਰਤ ਰਹੀ ਹੈ। ਜਿਵੇਂ ਤੁਸੀਂ ਵੇਖੋ ਰਾਮਾਇਣ ਦੇ ਵਿੱਚ ਵੀ ਹੈ, ਆਮ ਪ੍ਰਚਲਿਤ ਹੈ ਕਿ ਸੀਤਾ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੂੰ ਅਗਨੀ ਪ੍ਰੀਖਿਆ ਦੇ ਜੀ। ਜਦੋਂ ਕਿ ਉਹਦਾ ਬਹੁਤਾ ਕਸੂਰ ਨਜ਼ਰ ਨਹੀਂ ਆਉਂਦਾ, ਤਾਂ ਵੀ ਉਹਨੂੰ ਇੱਕ ਔਰਤ ਹੋਣ ਦੇ ਨਾਤੇ ਸਿਰਫ। ਜੇ ਮਹਾਭਾਰਤ ਦੇ ਵਿੱਚ ਵੇਖਦੇ ਆ ਤੇ ਉਹਦੇ ਵਿੱਚ ਯੁਧਿਸ਼ਠਰ ਅਗਰ ਇੱਕ ਔਰਤ ਨੂੰ ਘਰ ਲੈ ਕੇ ਆਉਂਦਾ ਤੇ ਉਹਦੀ ਮਾਤਾ ਅੱਖਾਂ ਤੇ ਪੱਟੀ ਬੰਨੀ ਹੈ ਤੇ ਪੁੱਤਰ ਇਹ ਕਹਿੰਦਾ, ਮਾਂ ਵੇਖ ਮੈਂ ਕੀ ਸੁਗਾਤ ਲੈ ਕੇ ਆਇਆ ਅੱਜ। ਤੇ ਅੱਗੇ ਮਾਂ ਇਹ ਕਹਿੰਦੀ ਹੈ ਕਿ ਬੇਟਾ ਜੋ ਵੀ ਲਿਆਇਆ ਨਾ 5 ਭਰਾਵਾਂ 'ਚ ਵੰਡ ਕੇ ਇਹਨੂੰ ਰੱਖਿਓ। ਹੁਣ ਉਸ ਔਰਤ ਤੋਂ ਨਹੀਂ ਪੁੱਛਿਆ ਜਾਂਦਾ ਕਿ ਉਹਦੇ ਜਜ਼ਬਾਤ ਕੀ ਕਹਿੰਦੇ ਨੇ, ਉਹ ਕੀ ਚਾਹੁੰਦੀ ਹੈ। ਉਹਦੇ ਜਜ਼ਬਾਤਾਂ ਨੂੰ ਜ਼ੀਰੋ ਕਰਤਾ ਗਿਆ ਔਰ 5 ਦੇ ਵਿੱਚ ਵੀ ਉਹਨੂੰ ਜਿਹੜਾ ਹੈ ਉਹ ਇਸ ਤਰੀਕੇ ਵੰਡ ਦਿੱਤਾ ਜਿਵੇਂ ਕੋਈ ਖਾਣ ਦੀ ਚੀਜ਼ ਹੋਵੇ ਜੀ। ਫਿਰ ਉਸੇ ਨੂੰ ਜੂਏ ਦੇ ਵਿੱਚ ਵੀ ਹਾਰ ਦਿੱਤਾ ਗਿਆ। ਮਤਲਬ ਇੱਕ ਔਰਤ ਨਾ ਹੋਈ, ਇੱਕ ਖਿਡੌਣਾ ਬਣ ਕੇ ਰਹਿ ਗਈ ਜੀ। ਕਿ ਇੱਕ ਔਰਤ ਜਿਹੜੀ ਹੈ ਉਹ ਅੱਜ ਤੁਸੀਂ ਵੇਖੋ ਜਿਹੜਾ ਇਤਿਹਾਸ ਇਹਨਾਂ ਦਾ ਗਵਾਹ ਕਰਦਾ ਇਹ ਗੱਲ, ਕਿਉਂਕਿ ਪੁਰਾਤਨ ਇਤਿਹਾਸ ਹੀ ਹੈ ਜੀ, ਜਿਹਦੇ ਵਿੱਚ ਦਸ਼ਰਥ ਦੇ 563 ਦੇ ਲਗਭਗ ਰਾਣੀਆਂ ਨੇ ਜੀ। 1 2 3 ਰਾਣੀਆਂ ਦੇ ਨਾਮ ਆਉਂਦੇ ਨੇ, ਬਾਕੀ ਮਾਨੋ ਭੇਡਾਂ ਵਾਂਗ ਹੀ ਵਰਤੀਆਂ ਗਈਆਂ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੀ। ਇਸ ਸਮਾਜ ਦੇ ਵਿੱਚ ਬਣਤਰ ਬਣੀ, ਕ੍ਰਿਸ਼ਨ ਦੀਆਂ ਲੱਖਾਂ ਪਤਨੀਆਂ ਵਿਖਾਈਆਂ ਗਈਆਂ ਗੋਪੀਆਂ ਨੇ ਨਾਲ, ਕਿ ਔਰਤ ਕੇਵਲ ਇੱਕ ਖਿਡੌਣਾ ਹੀ ਸੀ, ਇਹਦੇ ਨਾਲ ਆਮ ਵੀ ਖੇਡਿਆ ਗਿਆ ਜੀ। ਉਸ ਵੇਲੇ ਦੇਖੋ ਬ੍ਰਾਹਮਣ ਨੇ ਜਿਹੜੇ ਔਰਤ ਤੇ ਫਤਵੇ ਲਾਏ, ਜਿਹੜੇ ਧਰਮ ਦੇ ਨਾਮ ਤੇ ਇਸ ਔਰਤ ਦੇ ਉੱਤੇ ਫਤਵਾ ਇਹ ਲਾਤਾ ਗਿਆ ਕਿ ਔਰਤ ਅਪਵਿੱਤਰ ਹੈ, ਇਸਤਰੀ ਸ਼ੂਦਰੋ ਪਲਿਤਸ ਵੇਦ ਮੰਤਰ ਵਿਵਰਜਤੇ। ਇਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹਨਾ ਮਨਾ ਹੈ, ਧਰਮ ਦਾ ਕੋਈ ਕੰਮ ਕਰਨਾ ਜਿਹੜਾ ਹੈ ਉਹ ਬਿਲਕੁਲ ਮਨਾ ਹੈ। ਨਾ ਇਹ ਜੰਜੂ ਪਾ ਸਕਦੀ ਹੈ, ਨਾ ਇਹ ਤਿਲਕ ਲਾ ਸਕਦੀ ਹੈ, ਨਾ ਮੰਦਰ ਦੇ ਵਿੱਚ ਇਹਨੂੰ ਪੁਜਾਰੀ ਵਾਂਗ ਮਾਨਤਾ ਮਿਲੀ ਹੈ। ਜੋ ਹੋਰ ਮਤ ਵਿੱਚ ਵੀ ਵੇਖੋ ਤਾਂ ਚਰਚ ਵਿੱਚ ਔਰਤ ਨੂੰ ਬੋਲਣ ਦਾ ਹੱਕ ਨਹੀਂ ਮਿਲਿਆ ਜੀ। ਇਸਲਾਮ ਮਤ ਵਿੱਚ ਵੀ ਮਸਜਿਦ ਦੇ ਵਿੱਚ ਬਿਲਕੁਲ ਔਰਤ ਨੂੰ ਵੜਨ ਨਹੀਂ ਦਿੱਤਾ ਗਿਆ ਜੀ, ਨਾ ਉਹਨੂੰ ਕਾਜ਼ੀ ਵਾਲਾ ਰੁਤਬਾ ਅੱਜ ਤੱਕ ਮਿਲਿਆ। ਇਸ ਤਰੀਕੇ ਦੇ ਨਾਲ ਕੇਵਲ ਸਮਾਜ ਵਿੱਚ ਉਹਨੂੰ ਘੁੰਡ ਕੱਢਣਾ, ਪਰਦੇ ਪਿੱਛੇ ਰੱਖਣਾ, ਘੁੰਡ ਦੀ ਪ੍ਰਥਾ ਰਹੀ ਹੈ ਕਿ ਮੂੰਹ ਛੁਪਾ ਕੇ ਚੱਲਣਾ ਇਹਨੇ ਜੀ। ਬੰਦੇ ਨੂੰ ਇਸ ਪੱਖੋਂ ਕੋਈ ਵੀ ਹੁਕਮ ਨਹੀਂ ਸੀ ਲਾਗੂ ਜੋ ਔਰਤ ਦੇ ਉੱਤੇ ਹੈ। ਫਿਰ ਵੇਖੋ ਇਹਦਾ ਹੀ ਕੰਨਿਆਦਾਨ ਹੋਇਆ ਜੀ। ਅੱਜ ਅਸੀਂ ਵੀ ਬੜੀ ਵੱਡੀ ਗਲਤੀ ਕਰਦੇ ਹਾਂ, ਇਹ ਲਫ਼ਜ਼ ਸਾਨੂੰ ਹਟਾ ਦੇਣੇ ਚਾਹੀਦੇ ਨੇ ਆਪਣੇ ਜੀਵਨ ਵਿੱਚੋਂ। ਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਬੱਚੀ ਦਾ ਵਿਆਹ ਕਰ ਰਹੇ ਹਾਂ ਜੀ, ਕੰਨਿਆਦਾਨ ਹੋ ਰਹੀ ਹੈ। ਇਹ ਕੰਨਿਆ ਜਿਹੜੀ ਦਾਨ ਹੈ, ਇਹਦੇ ਵੱਖ-ਵੱਖ ਰੂਪ ਸਨ ਉਸ ਵੇਲੇ, ਕਿਸ ਏਜ ਦੀ ਹੈ, ਕਿਸ ਏਜ ਦੀ ਹੈ, ਇਹ ਵੱਖ-ਵੱਖ ਦਾਨ ਦੇ ਰੂਪ ਸਨ ਜੀ।
ਬਾਣੀ ਵਿੱਚ ਵੀ ਭਗਤ ਕਬੀਰ ਜੀ ਨੇ ਗੱਲ ਆਖੀ ਸੀ ਕਿ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਸੇਜ ਸਮੇਤ ਔਰਤ ਦਾਨ ਕਰਤੀ ਜਾਂਦੀ ਸੀ ਬਿਪਰ ਨੂੰ ਜੀ। ਕਿਉਂਕਿ ਉਹਨੇ ਆਖਿਆ ਸੀ ਦੇਵੀ ਦੇਵਤੇ ਜਿਹੜੇ ਨੇ, ਦੇਵਤਿਆਂ ਨੇ ਇਤਨੇ ਵਿਆਹ ਕਰਾਏ ਨੇ, ਹੁਣ ਦੇਵਤਾ ਦੀ ਕਾਮ ਵਾਸ਼ਨਾ ਨੂੰ ਪੂਰੀ ਕਰਨ ਵਾਸਤੇ ਤੁਸੀਂ ਇਹ ਔਰਤਾਂ ਜਿਹੜੀਆਂ ਨੇ ਇੱਥੇ ਚੜਾਓ। ਇਸ ਤਰੀਕੇ ਨਾਲ ਧਾਰਮਿਕ ਸਥਾਨਾਂ ਤੇ ਇਹਨਾਂ ਨੂੰ ਭੋਰਿਆਂ ਦੇ ਵਿੱਚ ਰੱਖ ਕੇ ਇਸ ਤਰੀਕੇ ਨਾਲ ਇਹਨਾਂ ਨੂੰ ਵਰਤਿਆ ਗਿਆ ਬਿਪਰ ਵੱਲੋਂ ਜੀ। ਜਿੱਥੇ ਇਹਦੀ ਗੁਲਾਮੀ ਤੱਕ ਦੀ ਗੱਲ ਕਰੀਏ, ਭਰਾ ਜਿਹੜਾ ਹੈ ਉਹ ਇਹਦੀ ਰੱਖਿਆ ਦਾ ਮੰਨਿਆ ਗਿਆ ਕਿ ਇਹ ਇਹਦੀ ਰੱਖਿਆ ਕਰੇਗਾ, ਇਹਦੇ ਹੱਥ ਤੇ ਧਾਗਾ ਬੰਨਿਆ ਜਾਂਦਾ, ਰੱਖਿਆ ਬੰਧਨ ਹੈ। ਇਸ ਸੋਚ ਵਿੱਚ ਔਰਤ ਦੇ ਪਾਇਆ ਜਾ ਰਿਹਾ ਕਿ ਤੂੰ ਆਪਣੇ ਕਾਬਿਲ ਨਹੀਂ ਹੈ, ਤੂੰ ਆਪਣੀ ਰੱਖਿਆ ਖੁਦ ਨਹੀਂ ਕਰ ਸਕਦੀ, ਤੈਨੂੰ ਭਰਾ ਦੀ ਲੋੜ ਚਾਹੀਦੀ ਹੈ। ਉਹਦੇ ਬਾਅਦ ਫਿਰ ਪਤੀ ਦੀ ਗੱਲ ਆਈ ਜੀ। ਪਤੀ ਨੇ ਆਪਣੇ ਜੀਵਨ ਨੂੰ ਠੀਕ ਢੰਗ ਨਾਲ ਜਿਉਣਾ ਜੀ ਸਕਦਾ ਹੈ, ਪਰ ਉਹਦੇ ਜੀਵਨ ਵਾਸਤੇ ਔਰਤ ਨੂੰ ਭੁੱਖਿਆ ਰੱਖਿਆ ਜਾ ਰਿਹਾ ਹੈ। ਇਹ ਵਰਤ ਰੱਖੇਗੀ, ਭੁੱਖੀ ਇਹ ਰਹੇਗੀ, ਬੈਨੀਫਿਟ ਪਤੀ ਨੂੰ ਹੋਣਾ ਚਾਹੀਦਾ ਹੈ। ਹਰ ਥਾਂ ਨੂੰ ਵਰਤਿਆ ਗਿਆ ਜੀ। ਹੁਣ ਇਸੇ ਦਾ ਅਗਰ ਬੈਕਗ੍ਰਾਉਂਡ ਫੋਲਿਆ ਜਾਵੇ, ਜਿਹੜੀ ਸਤੀ ਪ੍ਰਥਾ ਦੀ ਆਪ ਹੁਣੇ ਗੱਲ ਕਰ ਰਹੇ ਸੋ ਜੀ, ਇੱਕ ਅਜਿਹਾ ਦ੍ਰਿਸ਼ ਹੈ ਕਿ ਜਿਹਨੂੰ ਜਦੋਂ ਸਮਾਜ ਦਾ ਇਨਸਾਨ ਪੜਦਾ ਕੁਰਲਾ ਉੱਠਦਾ ਹੈ ਕਿ ਇੱਕ ਔਰਤ ਨੂੰ ਚਿਖਾ ਦੇ ਉੱਤੇ ਬਿਠਾ ਦੇਣਾ, ਜਿਉਂਦੀ ਜਾਗਦੀ ਔਰਤ ਨੂੰ ਸੜਦੀ ਅੱਗ ਦੇ ਵਿੱਚ ਬਿਠਾ ਕੇ ਚੀਕਾਂ ਧਾਵਾਂ, ਕੋਈ ਘਰ ਦਾ ਨਹੀਂ ਸੀ ਸੁਣਦਾ, ਘਰ ਦੇ ਖਲੋਤੇ ਨੇ, ਸਹੁਰੇ ਪੇਕੇ ਪਰਿਵਾਰ ਵਾਲੇ ਖੜੇ ਨੇ, ਸਮਾਜ ਤਮਾਸ਼ਾ ਵੇਖ ਰਿਹਾ, ਔਰਤ ਨੂੰ ਕੋਈ ਵੀ ਬਚਾਉਣ ਵਾਲਾ ਉਪਰਾਲਾ ਨਹੀਂ ਬਣਿਆ ਜੀ। ਜਿਸ ਵੇਲੇ ਇਹ ਸਤੀ ਪ੍ਰਥਾ ਹੋਈ ਹੈ ਉਦੋਂ ਔਰਤ ਕੁਰਲਾ ਉੱਠੀ ਕਿ ਮੇਰੇ ਨਾਲ ਇਹੋ ਜਿਹਾ ਕੁਝ ਹੋ ਰਿਹਾ ਹੈ ਤੇ ਅਕਾਲ ਪੁਰਖ ਜੀ ਮੇਰਾ ਪਤੀ ਮਰਦਾ ਹੈ ਤੇ ਮੈਨੂੰ ਸਾੜ ਦਿੱਤਾ ਜਾ ਰਿਹਾ ਹੈ, ਤੇ ਚੰਗਾ ਹੋਵੇ ਮੇਰੇ ਪਤੀ ਦੀ ਲੰਮੀ ਉਮਰ ਕਰੋ ਜੀ। ਜੇ ਇਹ 10 ਸਾਲ ਹੋਰ ਵੱਧ ਜੀਏਗਾ ਨਹੀਂ ਮੈਂ ਜੀ ਤੇ ਮੈਨੂੰ ਵੀ ਜੀਣ ਦਾ ਹੱਕ ਮਿਲ ਜਾਏਗਾ, ਨਹੀਂ ਤੇ ਮੈਨੂੰ ਵੀ ਸਾੜ ਦਿੱਤਾ ਜਾਏਗਾ। ਉਸ ਵੇਲੇ ਇਹ ਤਰਲੇ ਦਾ ਫਾਇਦਾ ਵੀ ਬਿਪਰ ਨੇ, ਪੁਜਾਰੀਵਾਦ ਨੇ ਚੁੱਕਿਆ। ਉਹਨੇ ਆਖਿਆ ਤੇਰੀ ਰੱਬ ਨਹੀਂ ਸੁਣੇਗਾ, ਤੂੰ ਅਪਵਿੱਤਰ ਹੈ। ਕਿਉਂਕਿ ਇਹ ਤੁਲਸੀਦਾਸ ਜੀ ਨੇ ਵੀ ਕਹਿਤਾ, ਢੋਲ ਗਵਾਰ ਸ਼ੂਦਰ ਪਸ਼ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਇਹ ਸਭ ਮਾਰ ਖਾਂਦੇ ਰਹਿਣ ਤਾਂ ਭਲੇ ਰਹਿੰਦੇ ਨੇ ਜੀ। ਇਹ ਵੀ ਨਾਲ ਧਰਮ ਗ੍ਰੰਥਾਂ 'ਚ ਫਤਵਾ ਲਾਤਾ, ਤੇਰੀ ਅਰਦਾਸ ਰੱਬ ਨਹੀਂ ਸੁਣੇਗਾ ਜੀ। ਤੇ ਹੁਣ ਕੀ ਕਰੀਏ ਜੀ, ਕਿਉਂਕਿ ਮਰਦੀ ਕੀ ਨਾ ਕਰਦੀ, ਫਸ ਗਈ ਜਾਲ ਦੇ ਵਿੱਚ। ਹੁਣ ਉੱਥੇ ਬਿਪਰ ਨੇ ਆਖਿਆ ਜੀ ਜੇ ਤੂੰ ਚਾਹੁੰਦੀ ਹੈ ਤੇਰੇ ਪਤੀ ਦੀ ਲੰਮੀ ਉਮਰ ਹੋਵੇ, ਇੰਨੇ ਦਿਨ ਤੂੰ ਭੁੱਖੀ ਰਹਿ, ਆ ਨਾ ਅੰਨ ਪਾਣੀ ਸਭ ਛੱਡ ਜੀ। ਜਿਹੜਾ ਤੇਰੇ ਹਿੱਸੇ ਦਾ ਅੰਨ ਪਾਣੀ ਹੈ ਤੂੰ ਇੱਥੇ ਲਿਆ ਕੇ ਭੇਟਾ ਕਰ, ਕਿਉਂਕਿ ਪਿੱਛੇ ਸਵਾਰਥ ਇਹ ਸੀ। ਠੀਕ। ਉਹਨੂੰ ਵਰਤਾਂ ਦੇ ਇਸ ਤਰੀਕੇ ਨਾਲ ਜਾਲ 'ਚ ਫਸਾ ਦਿੱਤਾ ਗਿਆ ਔਰ ਔਰਤ ਜਿਹੜੀ ਹੈ ਵਿਚਾਰੀ ਭੁੱਖੀ ਵੀ ਰਹਿੰਦੀ ਹੈ ਪਤੀ ਦੇ ਵਾਸਤੇ। ਠੀਕ। ਜਿੱਥੇ ਆਪ ਇਤਿਹਾਸ ਵਿੱਚ ਪੜੋ ਜੈ ਮਾਲਾ ਜਿਹੜੀ ਆ ਸਾਡੇ ਵਿੱਚ ਵੀ ਬੜੀ ਹੌਲੀ ਹੌਲੀ ਵਿਆਹਾਂ 'ਚ ਦਾਖਲ ਹੋ ਗਈ ਹੈ। ਜੈ ਮਾਲਾ ਕੀ ਹੈ, ਜਿਸ ਵੇਲੇ ਪਿੰਡ ਦੇ ਵਿੱਚ ਔਰਤ ਦਾ ਵਿਆਹ ਕੀਤਾ ਜਾਣਾ ਹੈ ਬੱਚੀ ਦਾ, ਉੱਥੇ ਇੱਕ ਸ਼ਰਤ ਰੱਖੀ ਜਾਂਦੀ ਸੀ। ਉਹ ਸ਼ਰਤ ਨੂੰ ਜਿਹੜਾ ਪੂਰਾ ਕਰੇਗਾ, ਖਰਾ ਉਤਰੇਗਾ, ਉਹ ਜਿੱਤ ਦੀ ਮਾਲਾ ਉਹ ਔਰਤ ਨੇ ਉਸਦੇ ਗਲ ਵਿੱਚ ਪਾ ਦੇਣੀ ਹੈ ਜੀ। ਔਰਤ ਨੂੰ ਨਹੀਂ ਪੁੱਛਿਆ ਗਿਆ ਕਿ ਤੇਰੀ ਚਾਹਤ ਕੀ ਹੈ, ਤੂੰ ਕਿਹੋ ਜਿਹਾ ਪਤੀ ਚਾਹੁੰਦੀ ਹੈ। ਹੁਣ ਜਿਹੜਾ ਕੱਦ ਦਾ ਵੀ ਮਿਲ ਗਿਆ, ਜਿਸ ਰੰਗ ਦਾ ਮਿਲ ਗਿਆ, ਜਿਹੋ ਜੀ ਸੋਚ ਵਾਲਾ ਮਿਲ ਗਿਆ, ਭਾਵੇਂ ਸ਼ਰਾਬੀ ਹੈ, ਨਸ਼ਈ ਹੈ, ਕੋਈ ਵੀ ਹੈ ਜੀ, ਜਿੱਤ ਗਿਆ, ਭਾਰੂ ਪੈ ਗਿਆ ਤੇ ਉਹ ਜੈ ਮਾਲਾ, ਜਿੱਤ ਦੀ ਮਾਲਾ ਪਾਤੀ ਗਈ ਹੈ। ਠੀਕ। ਇਹ ਵੀ ਔਰਤ ਨਾਲ ਹੀ ਹੋਇਆ ਹੈ। ਇਸ ਤਰੀਕੇ ਦੇ ਨਾਲ ਵੱਖ-ਵੱਖ ਐਂਗਲ ਤੋਂ ਔਰਤ ਦੇ ਨਾਲ ਅੱਤ ਦਾ ਜ਼ੁਲਮ ਹੁੰਦਾ ਰਿਹਾ ਜੀ। ਕਿਤੇ ਇਸ ਦੀਆਂ ਮੰਡੀਆਂ ਲੱਗਦੀਆਂ ਰਹੀਆਂ ਨੇ, ਜਦੋਂ ਬਾਹਰੋਂ ਹਮਲਾਵਰ ਆਏ ਨੇ ਤੇ ਬਕਾਇਦਾ ਔਰਤਾਂ ਤੇ ਹੀ ਅਟੈਕ ਹੋਏ ਨੇ, ਔਰਤਾਂ ਨੂੰ ਲੁੱਟਿਆ ਗਿਆ, ਆਪਣਾ ਆਪਾ ਬਚਾਇਆ ਗਿਆ, ਔਰਤਾਂ ਨੂੰ ਗਾਂਹ ਕਰਤਾ ਗਿਆ। ਉਹਨਾਂ ਨੇ ਕੀ ਕੀਤਾ, ਨਕੇਲਾਂ ਪਾਈਆਂ। ਅੱਜ ਔਰਤ ਨੂੰ ਇਹ ਸਮਝਣਾ ਚਾਹੀਦਾ ਕਿ ਇਹਦੇ ਨਾਲ ਕਦੋਂ ਕਿਸ ਵੇਲੇ ਵਾਪਰਿਆ ਸੀ ਜੀ। ਜਦੋਂ ਔਰਤ ਨੂੰ ਗੁਲਾਮ ਬਣਾਇਆ ਗਿਆ ਉਦੋਂ ਉਹਨਾਂ ਨੇ, ਕਿਉਂਕਿ ਸੌਫਟ ਟੰਗ ਸੀ, ਨੱਕ ਤੇ ਕੰਨ, ਨਕੇਲਾਂ ਪਾਤੀਆਂ। ਓਕੇ। ਇੱਕ ਘੋੜੇ ਦੇ ਨਾਲ 100 ਔਰਤਾਂ ਬੰਨੀਆਂ ਨੇ ਕਿ ਇਹ ਥੋੜੀ ਜਿਹੀ ਖਿੱਚ ਪਏਗੀ, ਨੱਕ ਦੇ ਵਿੱਚ ਰੱਸਾ ਪਾਇਆ ਹੈ ਤੇ ਪੂਰਾ ਨੱਕ ਖਿੱਚ ਕੇ ਲੈ ਜਾਏਗਾ, ਵਿੰਨ ਦੇਗਾ। ਘੋੜਾ ਪਿੱਛੇ ਹੈ, ਔਰਤਾਂ ਅੱਗੇ ਚੱਲਦੀਆਂ ਸਨ ਜੀ। ਏਡੀ ਵੱਡੀ ਗੁਲਾਮੀ ਰਹੀ ਹੈ। ਇਹ ਗੁਲਾਮੀ ਦਾ ਪ੍ਰਤੀਕ ਸੀ ਜੀ। ਇਹਨੂੰ ਗੁਲਾਮ ਬਣਾਇਆ। ਅੱਜ ਉਹੀ ਔਰਤ ਨੇ ਇਹਨੂੰ ਸ਼ਿੰਗਾਰ ਬਣਾ ਕੇ ਅਪਣਾ ਲਿਆ, ਬਲਕਿ ਬੜੀ ਵੱਡੀ ਗੁਲਾਮੀ ਦਾ ਪ੍ਰਤੀਕ ਹੈ। ਉਸ ਵੇਲੇ ਔਰਤ ਨੂੰ ਇਸ ਸੋਚ ਦੇ ਨਾਲ ਜਿਹੜਾ ਹੈ ਉਹ ਗੁਲਾਮ ਬਣਾਇਆ ਜਾ ਰਿਹਾ ਹੈ। ਰਾਈਟ। ਔਰ ਗੁਰੂ ਪਾਤਸ਼ਾਹ ਜੀ ਦੇ ਵਕਤ ਤੋਂ ਪਹਿਲਾਂ ਦੇ ਹਾਲਾਤ ਨੇ, ਕੋਈ ਮਾਨ ਸਨਮਾਨ ਨਹੀਂ, ਕਿਸੇ ਪੱਖੋਂ ਵੀ ਇਹਨੂੰ ਬਰਾਬਰਤਾ ਨਹੀਂ, ਸਮਾਜ 'ਚ ਇਹਦਾ ਕੋਈ ਯੋਗਦਾਨ ਨਹੀਂ ਲਿਆ ਜਾ ਰਿਹਾ, ਬਲਕਿ ਇਹਦੇ ਕੋਲ ਵੀ ਸੋਚ ਹੈ।
ਇਸ ਨੂੰ ਘਰ ਦੇ ਚੁੱਲ੍ਹੇ ਤੱਕ ਸੀਮਤ ਕਰ ਦਿੱਤਾ ਗਿਆ ਕਿ ਕੇਵਲ ਤਾਂ ਕੇਵਲ ਇਹ ਖਾਣ ਬਣਾ ਕੇ ਸਾਨੂੰ ਤਿਆਰੀ ਕਰਾਵੇ, ਸਾਨੂੰ ਦਵੇ। ਬੰਦੇ ਨੂੰ ਮਾਰਕੀਟ ਦੇ ਵਿੱਚ, ਸਮਾਜ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ, ਸੁਭਾਵਕ ਹੈ ਸੋਚ ਪੱਧਰ ਵਧਣਾ ਸੀ, ਪਰ ਔਰਤ ਨੂੰ ਸੀਮਤ ਕੀਤਾ ਗਿਆ। ਇਹ ਹਾਲਾਤ ਰਹੇ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਨਜ਼ਰ ਆਉਂਦੇ ਨੇ, ਜਿਹੜੇ ਇਹਦੇ ਉੱਤੇ ਵਿਪਰਵਾਦ ਦਾ ਐਡਾ ਵੱਡਾ ਜਿਹੜਾ ਸ਼ਿਕੰਜਾ ਰਿਹਾ ਹੈ, ਇਹ ਉਹਦੇ ਵਿੱਚੋਂ ਨਿਕਲ ਨਾ ਸਕੀ। ਬਹਿਬਲ ਹੋ ਕੇ ਆਵਾਜ਼ ਚੁੱਕਦੀ ਰਹੀ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਔਰ ਇੱਕ ਧਰਮ ਨਹੀਂ, ਹਰੇਕ ਧਰਮ ਨੇ ਅਜਿਹਾ ਕੁਝ ਕੀਤਾ। ਬੁੱਧ ਮਤ ਕਹਿੰਦਾ ਕਿ ਔਰਤ ਦੇ ਵਿੱਚ ਜਿਹੜੀ ਆਤਮਾ ਹੀ ਨਹੀਂ ਹੁੰਦੀ। ਅਗਰ ਇਹਨੂੰ ਆਪਣੇ ਜੀਵਨ ਨੂੰ ਚੰਗੇ ਤਰੀਕੇ ਨਾਲ ਸਫਲ ਕਰਨਾ ਹੈ ਤਾਂ ਇਹਨੂੰ ਬੰਦੇ ਦੇ ਜੂਨ ਵਿੱਚ ਆਣਾ ਪਏਗਾ। ਔਰਤ ਨੂੰ ਐਡਾ ਮਾੜਾ ਗਿਣ ਦਿੱਤਾ ਗਿਆ। ਅਨੇਕ ਧਰਮਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਔਰਤ ਨੂੰ, ਕਿਤੇ ਅਗਰ ਸ਼ੈਕਸਪੀਅਰ ਦਾ ਪੜ੍ਹਦੇ ਹਾਂ ਅਸੀਂ, ਹੋਰ ਵੀ ਜਿਹੜੇ ਪੜ੍ਹੇ ਲਿਖੇ ਵੀ ਹੋਏ, ਉਹਨਾਂ ਨੇ ਵੀ ਔਰਤ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਨਿੰਦਿਆ ਕਿ ਇਹਦੇ ਵਿੱਚ ਜਾਨ ਹੀ ਨਹੀਂ ਹੈਗੀ, ਜਿੰਦ ਹੀ ਨਹੀਂ ਹੈਗੀ, ਇਹ ਬਿਨਾਂ ਜਿੰਦ ਤੋਂ ਇਸ ਧਰਤੀ ਤੇ ਆਈ ਹੈ, ਇਹ ਨਾਪਾਕ ਹੈ ਤੇ ਉਹਨੂੰ ਕੋਈ ਪਵਿੱਤਰ ਨਹੀਂ ਮੰਨਦਾ। ਇਹ ਸਾਰਾ ਕੁਝ ਵੱਖ-ਵੱਖ ਧਰਮਾਂ ਤੋਂ ਔਰਤ ਨੂੰ ਬੜੇ ਮਾੜੇ ਤਰੀਕੇ ਨਾਲ ਵਰਤਿਆ ਗਿਆ। ਬਿਲਕੁਲ ਜੀ, ਇਤਿਹਾਸਕ ਪੱਖ ਤੋਂ ਜਿਹੜਾ ਤੁਸੀਂ ਸਾਨੂੰ ਜਾਣੂ ਕਰਾਇਆ, ਪਰ ਅਫਸੋਸ ਕਿ ਜਿਸ ਤਰ੍ਹਾਂ ਅਪਵਿੱਤਰਤਾ ਦੀ ਤੁਸੀਂ ਗੱਲ ਕੀਤੀ ਹੈ, ਜਾਂ ਅੱਜ ਗੁਰਦੁਆਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਅੱਜ ਸਾਡੇ ਵਿੱਚੋਂ ਵੀ ਬਹੁਤ ਸਾਰੇ ਸੋ ਕਾਲ ਜਿਹੜੇ ਬਾਬੇ ਨੇ ਉਹ ਔਰਤਾਂ ਨੂੰ ਅਪਵਿੱਤਰ ਕਹਿ ਕੇ ਪ੍ਰਚਾਰ ਕਰਦੇ ਪਏ ਨੇ, ਤੇ ਸਿੱਖ ਜਿਹੜੇ ਨੇ ਉਹ ਅੱਖਾਂ ਮੀਟ ਕੇ ਉੱਥੇ ਸਿਰਫ ਇਹਨਾਂ ਨੂੰ ਐਕਸੈਪਟ ਕਰ ਰਹੇ ਨੇ। ਇਹਦੇ ਬਾਰੇ ਗੁਰਮਤ ਕੀ ਕਹਿੰਦੀ ਹੈ, ਤੇ ਕਿਸ ਤਰੀਕੇ ਦੀ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਗਈ, ਤੇ ਕਿਉਂ ਇਹ ਸਾਰੇ ਚੇਂਜ ਦੀ ਲੋੜ ਹੈ ਜਿਹਦੇ 'ਚ ਕਿ ਮਾਨਸਿਕਤਾ ਜੋ ਹੈ ਇਨਸਾਨ ਦੀ ਬਦਲੇ? ਇਹਦੇ ਬਾਰੇ ਗੱਲ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ। ਸਮਾਜ ਵਿੱਚ ਕਿਸ ਤਰੀਕੇ ਨਾਲ ਔਰਤਾਂ ਦੀ ਦੁਰਵਰਤੋਂ ਕੀਤੀ ਗਈ, ਲੇਕਿਨ ਗੁਰੂ ਸਾਹਿਬ ਨੇ ਸਟੈਂਡ ਲਿਆ ਅਤੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਇਹ ਗੱਲ ਵੱਖਰੀ ਹੈ ਕਿ ਅੱਜ ਸਿੱਖੀ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਔਰਤਾਂ ਨੂੰ ਸਿਰਫ ਲਿਪ ਸਰਵਿਸ ਹੀ ਦਿੱਤੀ ਜਾਂਦੀ ਹੈ, ਪਰ ਕੀ ਅਸੀਂ ਵੀ ਕੋਈ ਐਸੀ ਔਰਤ ਪ੍ਰੀਸਟ ਚੁਣੀ? ਕੀ ਅੱਜ ਔਰਤ ਨੂੰ ਜਦੋਂ ਕੁਝ ਲੋਕ ਅਪਵਿੱਤਰ ਕਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਕੀ ਸਿੱਖਾਂ ਨੇ ਕਦੀ ਆਵਾਜ਼ ਬੁਲੰਦ ਕੀਤੀ ਹੈ? ਆਓ ਕੁਝ ਹੋਰ ਜਾਣਕਾਰੀ ਲੈਣੇ ਆਏ ਹੋਏ ਸਾਡੇ ਮਹਿਮਾਨ ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਤੋਂ। ਜੀ ਭਾਈ ਸਾਹਿਬ। ਹਾਂਜੀ, ਜਿਵੇਂ ਅਸੀਂ ਪਹਿਲਾਂ ਵੀਰ ਜੀ ਜ਼ਿਕਰ ਕੀਤਾ ਹੈ ਕਿ ਪਹਿਲਾਂ ਦੇ ਹਾਲਾਤ ਗੁਰੂ ਪਾਤਸ਼ਾਹ ਤੋਂ ਹੀ ਰਹੇ ਨੇ। ਸਭ ਤੋਂ ਪਹਿਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਸ਼ੇਖ ਫਰੀਦ ਜੀ, ਉੱਥੋਂ ਲਈਏ ਕਿੰਨਾ ਯੋਗਦਾਨ ਇਹਨਾਂ ਸਾਰਿਆਂ ਦਾ ਰਿਹਾ ਹੈ ਜੀ। ਸ਼ੇਖ ਫਰੀਦ ਜੀ ਦੀ ਬਾਣੀ ਦੇ ਵਿੱਚ ਜਿੱਥੇ ਜ਼ਿਕਰ ਹੁੰਦਾ ਹੈ, ਉਹਨਾਂ ਨੇ ਮਾਂ ਨੂੰ ਧੰਨ ਕਿਹਾ, ਔਰਤ ਨੂੰ ਧੰਨ ਕਹਿਣਾ ਉਸ ਵੇਲੇ, ਜਿੱਥੇ ਉਹਨਾਂ ਨੇ ਆਖਿਆ ਕਿ ਤਿੰਨ ਧੰਨ ਜਿਹੜੇਂਦੀ ਮਾਓ ਆਏ ਸਫਲ ਸੇ। ਜੇ ਇਨਸਾਨ ਚੰਗਾ ਕੰਮ ਕਰ ਰਿਹਾ ਤੇ ਇਹ ਕ੍ਰੈਡਿਟ ਉਹਦੀ ਮਾਂ ਨੂੰ ਦਿੱਤਾ ਗਿਆ ਹੈ ਕਿ ਇਹਦੀ ਮਾਂ ਦੇ ਸਦਕੇ ਹੀ ਇਹਨੇ ਚੰਗਾ ਕੰਮ ਕੀਤਾ ਜੀਵਨ ਦੇ ਵਿੱਚ। ਭਗਤ ਕਬੀਰ ਜੀ ਦੀ ਗੱਲ ਕਰੀਏ, ਕਿਉਂਕਿ ਭਗਤ ਸਾਹਿਬਾਨਾਂ ਦੇ ਯੋਗਦਾਨ ਬੜੇ ਰਹੇ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਥਾਂ ਥਾਂ ਜਾ ਕੇ ਉਹਨਾਂ ਦੀ ਬਾਣੀ ਨੂੰ ਇਕੱਤਰ ਕੀਤਾ, ਉਹਨਾਂ ਨੂੰ ਮਿਲੇ ਜੀ। ਭਗਤ ਕਬੀਰ ਜੀ ਨੇ ਇਹੋ ਜਿਹੇ ਵਿਪਰ ਦੇ ਅੱਗੇ ਖਲੋ ਕੇ ਚੈਲੰਜ ਕੀਤਾ ਸੀ, ਤੇ ਜਿਹੜਾ ਕਹਿੰਦਾ ਸੀ ਕਿ ਔਰਤ ਅਪਵਿੱਤਰ ਹੈ, ਮਾੜੀ ਹੈ, ਤੇ ਭਗਤ ਕਬੀਰ ਕਹਿੰਦੇ ਨੇ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੂੰ ਕਹਿੰਦਾ ਔਰਤ ਮਾੜੀ ਹੈ, ਔਰਤ ਅਪਵਿੱਤਰ ਹੈ, ਜਿਹੜੀ ਤੇਰੀ ਬੱਚੀ ਉਹ ਵੀ ਔਰਤ ਹੈ, ਤੇਰੀ ਪਤਨੀ ਵੀ ਔਰਤ ਹੈ, ਮਾਤਾ ਵੀ ਅਪਵਿੱਤਰ ਹੈ, ਔਰਤ ਹੈ, ਜਿਹਨੂੰ ਅਪਵਿੱਤਰਤਾ ਦੇ ਕਰਕੇ ਤੂੰ ਇੰਨਾ ਨਕਾਰਿਆ ਧਰਮ 'ਚ ਜੀ। ਭਗਤ ਕਬੀਰ ਕਹਿੰਦੇ ਨੇ, ਜੇ ਤੂੰ ਐਡਾ ਵੱਡਾ ਆਪਣੇ ਆਪ ਨੂੰ ਬ੍ਰਾਹਮਣ ਖਵਾਨਾ ਹੈ, ਸ੍ਰੇਸ਼ਟ ਆ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੂੰ ਪੈਦਾ ਫਿਰ ਹੋਰ ਕਿਸੇ ਢੰਗ ਨਾਲ ਹੋਣਾ ਸੀ ਜੀ। ਜਿਸ ਔਰਤ ਦੇ ਥਰੂ ਤੂੰ ਜਨਮ ਲਿਆ ਹੈ, ਔਰਤ ਹੀ ਆ ਜੀ, ਤੂੰ ਹੋਰ ਫਿਰ ਢੰਗ ਤਰੀਕੇ ਨਾਲ ਕਿਉਂ ਨਾ ਆ ਗਿਆ? ਇਹ ਭਗਤ ਸਾਹਿਬਾਨ ਆਵਾਜ਼ ਚੁੱਕਦੇ ਨੇ ਜੀ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ ਤੇ 9 ਸਾਲ ਦੀ ਉਮਰ ਵਿੱਚ ਗੁਰੂ ਪਾਤਸ਼ਾਹ ਨੂੰ ਜਦੋਂ ਇਤਿਹਾਸਕਾਰ ਕਹਿੰਦੇ ਨੇ ਕਿ ਹਰਦਿਆਲ ਜਨੇਊ ਪਾ ਰਿਹਾ ਹੈ, ਤੇ ਗੁਰੂ ਪਾਤਸ਼ਾਹ ਦਾ ਲੌਜਿਕ ਵੇਖੋ ਕਿੱਡਾ ਪਿਆਰਾ ਹੈ। ਹਜ਼ਾਰਾਂ ਦਾ ਇਕੱਠ ਹੈ, ਸਾਰੀ ਦੁਨੀਆ ਵੇਖ ਰਹੀ, ਰਿਸ਼ਤੇਦਾਰ ਆਏ ਨੇ ਜੀ, ਤੇ ਗੁਰੂ ਪਾਤਸ਼ਾਹ ਜੀ ਉਹਨੂੰ ਆਖਦੇ ਨੇ ਕਿ ਜਨੇਊ ਕਿਉਂ ਪਾ ਰਹੇ ਆ? ਉਹ ਕਹਿੰਦਾ ਜੀ ਇਹ ਜਨੇਊ ਪਾ ਕੇ ਤੁਸੀਂ ਧਰਮੀ ਬਣ ਜਾਓਗੇ। ਗੁਰੂ ਸਾਹਿਬ ਕਹਿੰਦੇ ਇਹ ਤਾਂ ਚੰਗੀ ਗੱਲ ਹੈ ਜੇ ਤੁਸੀਂ ਧਰਮੀ ਬਣਾ ਰਹੇ ਹੋ, ਪਰ ਮੈਨੂੰ ਇੱਕ ਗੱਲ ਦਾ ਸਵਾਲ ਦਾ ਜਵਾਬ ਦਿਵੋ ਜੀ। ਗੁਰੂ ਸਾਹਿਬ ਨੇ ਆਖਿਆ ਕਿ ਮੇਰੇ ਤੋਂ ਮੇਰੀ ਭੈਣ 5 ਸਾਲ ਵੱਡੀ ਹੈ, ਉਸ ਨੂੰ ਕਿਉਂ ਤੁਸੀਂ 5 ਸਾਲ ਪਹਿਲਾਂ ਕਿਉਂ ਨਹੀਂ ਉਹਨੂੰ ਪਾਣ ਮੇਰੇ ਘਰ ਆਏ? ਠੀਕ, ਉਦੋਂ ਤਾਂ ਤੁਸੀਂ ਨਜ਼ਰ ਨਹੀਂ ਆਏ। ਮੇਰੀ ਭੈਣ ਨੂੰ ਜਨੇਊ ਨਹੀਂ ਪਾਇਆ, ਕਿ ਇਹ ਧਰਮੀ ਨਹੀਂ ਬਣ ਸਕਦੀ? ਫਿਰ ਉੱਥੇ ਉਹ ਬ੍ਰਾਹਮਣ ਕਹਿੰਦਾ ਨਹੀਂ ਜੀ, ਇਹ ਔਰਤ ਨੂੰ ਹੱਕ ਨਹੀਂ ਹੈ। ਤੇ ਗੁਰੂ ਸਾਹਿਬ ਨੇ ਉੱਥੇ ਫਿਰ ਆਵਾਜ਼ ਚੁੱਕ ਕੇ ਆਖੀ ਇਹ ਗੱਲ, ਸਾਰੇ ਸਮਾਜ ਦੇ ਕੰਨਾਂ 'ਚ ਇਹ ਗੱਲ ਪਾਈ ਸੀ ਕਿ ਭੰਡ ਜੰਮੀਐ ਭੰਡ ਨਿਮੀਐ। ਭੰਡ ਜਿਹੜਾ ਲਫ਼ਜ਼ ਹੈ, ਇਹਦਾ ਅਰਥ ਅਸੀਂ ਇਸਤਰੀ ਕਰਦੇ ਹਾਂ, ਪਰ ਭੰਡ ਲਫ਼ਜ਼ ਜਿਹੜਾ ਹੈ ਨਾ, ਇਹ ਅਰਥ ਬਣਿਆ ਭੰਡਨ ਤੋਂ।
ਜਿਹਨੂੰ ਤੁਸੀਂ ਭੰਡਦੇ ਹੋ, ਜਿਹਦੀ ਭੰਡੀ ਕਰਦੇ ਪਏ ਹੋ, ਉਹ ਔਰਤ ਹੀ ਹੈ। ਠੀਕ। ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ, ਜੇ ਉਹ ਮਰ ਜਾਏ ਤੁਸੀਂ ਹੋਰ ਭਾਲਦੇ ਹੋ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਧਾਨ। ਫਿਰ ਕਹਿੰਦੇ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਇਹ ਪਹਿਲੀ ਆਵਾਜ਼ ਸੀ ਇਸ ਧਰਤੀ ਤੇ ਜਿਹਨੇ ਰਾਜੇ ਮਹਾਰਾਜੇ ਚੰਗੇ ਵਿਦਵਾਨ ਵਿਚਾਰਵਾਨ ਪੈਦਾ ਕੀਤੇ। ਔਰਤ ਨੂੰ ਮਾੜਾ ਕਿਉਂ ਕਹਿ ਰਹੇ ਹੋ? ਠੀਕ। ਇਹ ਗੁਰੂ ਨਾਨਕ ਪਾਤਸ਼ਾਹ ਦਾ ਯੋਗਦਾਨ ਹੈ। ਗੁਰੂ ਅੰਗਦ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਤਨੀ ਖੀਵੀ ਜੀ, ਗੁਰੂ ਸਾਹਿਬ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਇੱਥੇ ਸਿੱਖ ਸੰਗਤ ਆਉਂਦੀ ਹੈ, ਤੁਸੀਂ ਇਹ ਸਾਰਾ ਮੈਨੇਜਮੈਂਟ ਸੰਭਾਲਣਾ ਹੈ, ਲੰਗਰ ਦਾ ਹੈ, ਹੋਰ ਚਾਰਜ ਹੈ। ਉਹਨਾਂ ਦੀਆਂ ਸੇਵਾਵਾਂ, ਉਹਨਾਂ ਦੀ ਯੋਗਤਾ ਨੂੰ ਵੇਖ ਕੇ ਬਾਣੀ ਵਿੱਚ ਸੱਤਾ ਬਲਵੰਡ ਜੀ ਕਹਿੰਦੇ ਨੇ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਤੁਸੀਂ ਧੰਨ ਹੋ, ਤੁਸੀਂ ਵੱਡੀ ਇੱਕ ਮਹਾਨ ਔਰਤ ਹੋ। ਇਹ ਗੁਰਬਾਣੀ ਚ ਉਸਤਤ ਹੋਈ। ਗੁਰੂ ਅਮਰਦਾਸ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਅਕਬਰ ਨੂੰ ਬੁਲਾਇਆ। ਜਦੋਂ ਅਕਬਰ ਗੋਇੰਦਵਾਲ ਆਇਆ, ਉਹਨੂੰ ਕੋਲ ਆ ਕੇ ਗੁਰੂ ਸਾਹਿਬ ਨੇ ਆਖਿਆ, ਜੇ ਤੂੰ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਤੇ ਇੱਕ ਕੰਮ ਕਰ, ਇੱਕ ਕੰਮ ਕਰ ਸਮਾਜ ਦੇ ਭਲੇ ਦਾ। ਉਹਨੇ ਆਖਿਆ ਦੱਸੋ? ਗੁਰੂ ਸਾਹਿਬ ਨੇ ਆਖਿਆ ਕਿ ਤੂੰ ਸਿਗਨੇਚਰ ਕਰ ਕਿ ਇਸ ਧਰਤੀ ਤੇ ਔਰਤ ਨੂੰ ਪਤੀ ਦੀ ਚਿਖਾ ਵਿੱਚ ਨਾ ਸਾੜਿਆ ਜਾਵੇ। ਇਹ ਸਤੀ ਦੀ ਆਵਾਜ਼ ਗੁਰੂ ਅਮਰਦਾਸ ਜੀ ਨੇ ਚੁੱਕੀ ਹੈ ਕਿ ਸਤੀਆਂ ਇਹ ਨਾ ਆਖੀਨ ਜੋ ਮੜਿਆਂ ਲੱਗ ਜਲਨ। ਆਵਾਜ਼ ਬਾਣੀ ਚੁੱਕੀ ਗਈ ਇਸ ਬਾਰੇ। ਅਕਬਰ ਤੋਂ ਵੀ ਸਾਈਨ ਕਰਵਾਏ ਗਏ ਤਾਂ ਕਿ ਇਹ ਦੁਰਵਰਤੋਂ ਨਾ ਹੋਵੇ ਔਰਤ ਨੂੰ ਜਿਹੜਾ ਸਾੜਿਆ ਜਾ ਰਿਹਾ ਹੈ। ਇਸ ਤਰੀਕੇ ਦੇ ਨਾਲ ਜਿਵੇਂ ਮਾਤਾ ਗੰਗਾ ਜੀ ਦਾ ਨਾਮ ਆਉਂਦਾ ਹੈ, ਬੀਬੀ ਭਾਨੀ ਜੀ ਦਾ ਰੋਲ ਆਉਂਦਾ ਹੈ। ਫਿਰ ਅੱਗੇ ਆ ਜਾਈਏ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦਾ ਵੱਡਾ ਯੋਗਦਾਨ ਸਿੱਖ ਇਤਿਹਾਸ 'ਚ ਨਜ਼ਰ ਆਉਂਦਾ ਹੈ। ਮਾਤਾ ਸਾਹਿਬ ਕੌਰ, ਮਾਤਾ ਭਾਗ ਕੌਰ, ਤਮਾਮ ਔਰਤਾਂ ਜਿਨ੍ਹਾਂ ਨੂੰ ਮਾਨਤਾ ਮਿਲੀ, ਸਮਾਜ ਦੇ ਵਿੱਚ ਉਹਨਾਂ ਦਾ ਨਾਮੜਾ ਹੋਇਆ। ਜਿਹੜੀ ਮਾਤਾ ਨਾਨਕੀ ਤੋਂ ਲੈ ਕੇ ਬੇਬੇ ਨਾਨਕੀ ਤੋਂ ਲੈ ਕੇ ਸਫ਼ਰ ਤਮਾਮ ਬੀਬੀਆਂ ਦਾ ਰਿਹਾ ਹੈ, ਜਿਨ੍ਹਾਂ ਨੂੰ ਸਮਾਜ ਨੇ ਅੱਜ ਤੱਕ ਜਾਣਿਆ। ਉਹਨਾਂ ਦੇ ਕਰਮਾਂ ਤੋਂ ਅਸੀਂ ਸੇਧ ਲੈਂਦੇ ਹਾਂ। ਬਾਣੀ ਰਾਹੀਂ, ਇਤਿਹਾਸ ਰਾਹੀਂ ਇਸ ਤਰੀਕੇ ਨਾਲ ਸਾਨੂੰ ਬਹੁਤ ਮਾਣ ਸਮਾਨ ਔਰਤਾਂ ਨੂੰ ਜਿਹੜਾ ਬਰਾਬਰਤਾ ਦਾ ਹਿੱਸਾ ਜਿਹੜਾ ਮਿਲਣਾ ਚਾਹੀਦਾ ਸੀ, ਉਹ ਸਮਾਜ ਵਿੱਚ ਮਿਲਿਆ, ਗੁਰੂ ਪਾਤਸ਼ਾਹ ਨੇ ਦਵਾਇਆ। ਹੁਣ ਕਰੇ ਅੱਜ ਦੀ ਗੱਲ ਕਰੀਏ, ਅੱਜ ਦੀ ਅੱਜ ਕੀ ਹੋ ਗਿਆ? ਉਹੀ ਗੱਲ ਹੈ ਕਿ ਅੱਜ ਕਿਉਂ ਅਸੀਂ ਜੋ ਗੁਰੂ ਦਾ ਸਿਧਾਂਤ ਸੀ ਜਾਂ ਗੁਰੂ ਦੀ ਜਿਹੜੀ ਸੋਚ ਸੀ ਉਸ ਤੋਂ ਪਲਟ ਅਸੀਂ ਕੰਮ ਕਰ ਰਹੇ ਹਾਂ। ਬਿਲਕੁਲ ਜੀ। ਦੇਖੋ ਅੱਜ ਦਰਬਾਰ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਕਿਸੇ ਚਰਚ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਔਰਤਾਂ ਨੂੰ ਨਹੀਂ ਉੱਥੇ ਦਿੱਤਾ ਜਾਂਦਾ, ਇਸੇ ਤਰੀਕੇ ਨਾਲ ਜੇ ਅਸੀਂ ਦੇਖ ਰਹੇ ਕਿ ਦਰਬਾਰ ਸਾਹਿਬ ਜਿਹੜਾ ਸਾਡਾ ਗੜ੍ਹ ਹੈ, ਉੱਥੇ ਇੱਕ ਔਰਤ ਕੀਰਤਨ ਨਹੀਂ ਕਰ ਸਕਦੀ ਜਾਂ ਪਾਲਕੀ ਸਾਹਿਬ ਨੂੰ ਮੋਢਾ ਨਹੀਂ ਦੇ ਸਕਦੇ, ਜਾਂ ਸਾਡੇ ਕਿਹੜੇ ਕੋਈ ਇਹੋ ਜਿਹੇ, ਜਿਸ ਤਰ੍ਹਾਂ ਬਜ਼ੁਰਗਾਂ ਦੀ ਅਸੀਂ ਗੱਲ ਤਾਂ ਕਰ ਲੈਂਦੇ, ਧੰਨ ਕਹਿ ਦਿੰਦੇ ਹਾਂ, ਮਾਈ ਭਾਗੋ ਨੂੰ ਕਹਿ ਦਿੰਦੇ ਹਾਂ, ਜਾਂ ਬੀਬੀ ਖੀਵੀ ਦੀ ਗੱਲ ਕਰਦੇ ਹੈਗੇ ਹਾਂ, ਤਾਂ ਇਹ ਸਾਰੀਆਂ ਜਦੋਂ ਗੱਲਾਂ ਆਉਂਦੀਆਂ, ਅੱਜ ਕੀ ਹੋ ਗਿਆ ਸਾਨੂੰ? ਅੱਜ ਫਿਰ ਦੇਖੋ ਨਾ, ਉਹੀ ਸੋਚ ਜਿਹੜੀ ਗੁਰੂ ਪਾਤਸ਼ਾਹ ਜੀ ਤੋਂ ਪਹਿਲਾਂ ਕੰਮ ਕਰ ਰਹੀ ਸੀ, ਸੇਮ ਉਹੀ ਦਸਤਾਰ ਧਾਰੀ ਹਨਾ, ਆਪਣੇ ਆਪ ਨੂੰ ਵੱਡੇ ਵੱਡੇ ਗਾਤਰੇ ਪਾ ਕੇ ਘਾਉਣ ਵਾਲੇ ਕਿ ਸਿੰਘ ਸਾਹਿਬਾਨ ਜੀ, ਅੱਜ ਫਿਰ ਉੱਥੇ ਇਹ ਸੋਚ ਕੰਮ ਕਰ ਰਹੀ ਹੈ। ਇੱਥੋਂ ਤੱਕ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਜਿਹੜਾ ਕੜਾਹ ਪ੍ਰਸ਼ਾਦ ਹੈ ਨਾ ਜੀ, ਉਹ ਪੰਜਾਂ ਪਿਆਰਿਆਂ ਦਾ ਕੱਢ ਕੇ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ ਜਾਵੇ, ਲਫ਼ਜ਼ ਲਿਖੇ ਨੇ। ਤੁਸੀਂ ਪ੍ਰੈਕਟੀਕਲ ਆਪ ਵੇਖੋ ਗੁਰਦੁਆਰਿਆਂ ਦੇ ਵਿੱਚ ਜੋ ਵਾਪਰਦੇ ਆ। ਅਸੀਂ ਅਜੇ ਤੱਕ ਔਰਤ ਦੇ ਹੱਥ ਅਗਰ ਪੰਜਾਂ ਪਿਆਰਿਆਂ ਵਾਲਾ ਪ੍ਰਸ਼ਾਦ ਜੇ ਰੱਖ ਦਿੱਤਾ, ਔਰਤ ਜਿਹੜੀਆਂ ਦੂਜੀਆਂ ਨੇ ਜਾਂ ਪੁਰਾਣੀ ਸੋਚ ਨਾਲ ਜੁੜੀਆਂ ਨੇ, ਉਹੀ ਆਵਾਜ਼ ਚੁੱਕਦੀਆਂ ਨੇ ਕਿ ਮਾੜਾ ਹੋਇਆ ਜੀ, ਇਹ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਔਰਤ ਨੂੰ ਕਿਉਂ ਦੇ ਦਿੱਤਾ ਹੈ। ਫਿਰ ਰੌਲਾ ਪੈ ਜਾਂਦਾ ਉੱਥੇ ਜੀ। ਉਹਨੂੰ ਇੰਨਾ ਹੱਕ ਵੀ ਨਹੀਂ ਕਿ ਉਹ ਗੁਰਦੁਆਰੇ ਵਿੱਚ ਸੰਗਤ ਬਣ ਸਕੇ, ਕਿਉਂਕਿ ਇੱਥੇ ਲਿਖਿਆ ਹੈ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਜਾਏ, ਕਿ ਉਹ ਸੰਗਤ ਨਹੀਂ। ਜੇ ਗੱਲ ਆਉਂਦੀ ਪੌਲ ਦੀ, ਸਿੱਖ ਰਹਿਤ ਮਰਿਆਦਾ 'ਚ ਇਹ ਵੀ ਲਿਖਿਆ ਕਿ ਖੰਡੇ ਬਾਟੇ ਦੀ ਪੌਲ ਵਿੱਚ ਇੱਕ ਔਰਤ ਵੀ ਹਿੱਸਾ ਲੈ ਸਕਦੀ ਹੈ। ਉਹ ਪੌਲ ਛਕਾ ਵੀ ਸਕਦੀ ਹੈ, ਪੌਲ ਲੈ ਵੀ ਸਕਦੀ ਹੈ, ਉਹਨੂੰ ਇਮਾਨ ਸਨਮਾਨ ਜਿਹੜਾ ਪੰਥ ਨੇ ਦਿੱਤਾ ਹੈ। ਪਰ ਅੱਜ ਹਾਲਾਤ ਏਡੇ ਬੱਤਰ ਬਣ ਚੁੱਕੇ ਨੇ ਕਿ ਜੇ ਅਗਰ ਨਗਰ ਕੀਰਤਨ 'ਚ 5 ਪਿਆਰੇ ਵੀ ਕੱਢੇ ਨੇ ਤੇ ਉਹਦੇ ਵਿੱਚ ਇੱਕ ਜਾਂ 2 ਬੀਬੀਆਂ ਨੂੰ ਲਾਉਣਾ ਹੋਵੇ ਤਾਂ ਰੌਲਾ ਪੈ ਜਾਂਦਾ ਚੋ ਬੰਨੇ। ਅਸੀਂ ਨਗਰ ਕੀਰਤਨ, ਨਗਰ ਨੂੰ ਮੈਸੇਜ ਕੀ ਦੇਣ ਜਾ ਰਹੇ ਹਾਂ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ, ਕਹਿਣ ਵਾਲੇ ਦਾ ਅੱਜ ਪ੍ਰਕਾਸ਼ ਪੁਰਬ ਹੈ, ਪਰ ਅਸੀਂ ਉਹਨੂੰ ਮੰਦਾ ਹੀ ਰੱਖਣਾ, ਉਹਨੂੰ ਬਰਾਬਰਤਾ 'ਚ ਨਹੀਂ ਲਿਆਉਣਾ। ਫਿਰ ਜਿਹੜੀ ਆਪਨੇ ਦਰਬਾਰ ਸਾਹਿਬ ਦੀ ਗੱਲ ਕੀਤੀ ਹੈ, ਦਰਬਾਰ ਸਾਹਿਬ ਦੇ ਵਿੱਚ ਇਹ ਪਰੰਪਰਾ ਬਣਾਤੀ ਗਈ ਹੈ, ਇੱਕ ਮਰਿਆਦਾ ਬਣਾਤੀ ਗਈ ਹੈ ਕਿ ਉੱਥੇ ਔਰਤ ਬਹਿ ਕੇ ਕੀਰਤਨ ਨਹੀਂ ਕਰ ਸਕਦੀ ਜੀ, ਬਲਕਿ ਔਰਤ ਜਿਸ ਦਿਨ ਦਰਬਾਰ ਸਾਹਿਬ 'ਚ ਆ ਗਈ ਉਸ ਦਿਨ ਦੁਨੀਆ ਨੂੰ ਇਹ ਅਸਲ ਪ੍ਰੈਕਟੀਕਲ
ਪਤਾ ਲੱਗੇਗਾ ਕਿ ਨਾ ਸਿਧਾਂਤ ਕੀ ਕਹਿੰਦਾ ਹੈ। ਠੀਕ, ਉੱਥੇ ਸਭ ਦੀ ਨਿਗਾਹ ਹੈ। ਉੱਥੇ ਸੁਧਾਰ ਦੀ ਲੋੜ ਹੈ ਕਿ ਉੱਥੇ ਔਰਤ ਨੂੰ ਕੀਰਤਨ ਦਾ ਹੁਕਮਨਾਮਾ ਲਵੇ, ਅਰਦਾਸ ਕਰਨ ਦਾ ਹੱਕ ਮਿਲੇ, ਕਿਉਂਕਿ ਗੁਰੂ ਸਾਹਿਬ ਨੇ ਕੋਈ ਵੱਖਰੀ ਪੁਜਾਰੀ ਸ਼੍ਰੇਣੀ ਨਹੀਂ ਸੀ ਬਣਾਈ ਜੀ, ਸਾਰਿਆਂ ਨੂੰ ਹੱਕ ਬਰਾਬਰ ਤੇ ਦਿੱਤੇ ਗਏ ਨੇ। ਠੀਕ, ਅੱਜ ਜਿਹੜੇ ਫਿਰ ਉਹੀ ਹਾਲਾਤ ਬੱਤਰ ਬਣਦੇ ਜਾ ਰਹੇ ਨੇ ਸਹਿਜੇ ਸਹਿਜੇ ਕਰਕੇ ਕਿ ਔਰਤ ਅਗਰ ਕਿਸੇ ਦੇ ਘਰ ਵਿਆਹ ਕੇ ਲਿਆਂਦੀ ਗਈ ਹੈ, ਨਾਲ ਉਹਦੇ ਦਹੇਜ ਚਾਹੀਦਾ, ਮੂੰਹ ਪਾੜ ਕੇ ਸਮਾਜ ਦਹੇਜ ਮੰਗ ਰਿਹਾ ਹੈ। ਬਲਕਿ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਤਿਆਰ ਕੀਤਾ ਹੈ, ਪੜ੍ਹਾ ਲਿਖਾ ਕੇ ਤਿਆਰ ਕੀਤਾ ਹੈ। ਮੈਂ ਤੇ ਇਹ ਕਹਿੰਦਾ ਵਾ ਲੜਕੇ ਵਾਲਿਆਂ ਤੋਂ ਦਹੇਜ ਲੈਣਾ ਚਾਹੀਦਾ ਹੈ। ਬਲਕਿ ਅਸੀਂ ਬੱਚੀ ਵੀ ਦੇ ਰਹੇ ਹਾਂ ਨਾਲ, ਵੇਖੋ ਕਾਰਾਂ ਗੱਡੀਆਂ ਵੀ ਸਾਰਾ ਕੁਝ ਦੇ ਰਹੇ ਹਾਂ। ਅਗਰ ਨਹੀਂ ਮਿਲਦੀਆਂ ਤੇ ਬੱਚੀ ਨੂੰ ਸਾੜ ਕੇ ਸਵਾਹ ਕਰਤਾ ਜਾ ਰਿਹਾ। ਸਾਡੇ ਸਮਾਜ ਦੀ ਹਾਲਤ ਹੈ। ਰਾਈਟ, ਬੱਚੀ ਨੂੰ ਪੇਟ ਵਿੱਚ ਹੀ ਕਤਲ ਕਿਉਂ ਕੀਤਾ ਗਿਆ? ਦਾ ਪਿੱਛੇ ਰੀਜ਼ਨ ਵੀ ਬਹੁਤਾ ਦਹੇਜ ਹੈ। ਅੱਜ ਜਿਹੜੇ ਹਾਲਾਤ ਪੰਜਾਬ ਦੇ ਵੀ ਨੇ ਜਾਂ ਬਾਹਰ ਵੀ ਨੇ ਕਿ ਜਦੋਂ ਇਹ ਹਾਲਾਤ ਕੋਈ ਪਿਤਾ ਸੁਣਦਾ ਤੇ ਉਹ ਕਹਿੰਦਾ ਕਿ ਮੇਰੀ ਧੀ ਨਾਲ ਵੀ ਇਹ ਸਮਾਜ ਕਰੇਗਾ, ਚੰਗਾ ਇਹਨੂੰ ਜੰਮਣ ਤੋਂ ਪਹਿਲਾਂ ਮਾਰ ਦਿਓ। ਠੀਕ, ਤੇ ਕੁੱਖ ਵਿੱਚ ਅਸੀਂ ਲੱਖਾਂ ਧੀਆਂ ਮਾਰ ਚੁੱਕੇ ਆ, ਸੋ ਕਿਉਂ ਮੰਦਾ ਆਖਣ ਵਾਲੇ। ਅੱਜ ਇਹ ਸਾਡਾ ਪ੍ਰੈਕਟੀਕਲ ਜੀਵਨ ਹੈ। ਗੁਰੂ ਪਾਤਸ਼ਾਹ ਜੀ ਸਾਨੂੰ ਕਿਵੇਂ ਪ੍ਰੇਰਣਾ ਕਰਦੇ ਰਹੇ ਸਾਡੇ ਸਮਾਜ ਦੇ ਵਿੱਚ ਇੱਕ ਸਾਰਤਾ ਲਿਆਉਣ ਵਾਸਤੇ ਜੀ, ਇਹ ਆਵਾਜ਼ ਗੁਰੂ ਸਾਹਿਬ ਜੀ ਨੇ ਚੁੱਕੀ ਸੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਨੇ ਤਾਂ ਇਹ ਅਪਵਿੱਤਰਤਾ ਦੀ ਜਿਹੜੀ ਗੱਲ ਸੀ, ਜਿਹੜਾ ਕਿ ਉਸ ਸਮੇਂ ਇਹ ਰੌਲਾ ਪੈਂਦਾ ਸੀ, ਉਸ ਨੂੰ ਖਤਮ ਕਰਨ ਵਾਸਤੇ ਆਵਾਜ਼ ਬੁਲੰਦ ਕੀਤੀ। ਪਰ ਅੱਜ ਗਾਤਰੇ ਵਾਲੇ ਹੀ ਜਦੋਂ ਹੈਗੇ ਨੇ ਉਹ ਔਰਤਾਂ ਨੂੰ ਅਪਵਿੱਤਰ ਕਹਿ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਹਿ ਰਹੇ ਨੇ ਕਿ ਜਦੋਂ ਇਹਨਾਂ ਨੂੰ ਪੀਰੀਅਡ ਆਉਂਦੇ ਨੇ ਤਾਂ ਉਸ ਸਮੇਂ ਨਾ ਜਾਣ। ਤੇ ਇਹ ਚੀਜ਼ਾਂ ਵੱਲ ਪਾਸੇ ਲੋਕ ਉੱਥੇ ਬੈਠੇ ਸੁਣਦੇ ਪਏ ਨੇ ਪਰ ਕੋਈ ਆਵਾਜ਼ ਨਹੀਂ ਚੁੱਕਦਾ ਹੈਗਾ। ਤਾਂ ਇਹ ਇੱਕ ਬੜੀ ਇੱਕ ਨਮੋਸ਼ੀ ਦੀ ਗੱਲ ਹੋ ਰਹੀ ਹੈ ਜਿਹੜੀ ਕਿ ਪ੍ਰਚਲਿਤ ਹੁੰਦੀ ਹੋ ਰਹੀ ਹੈ ਤੇ ਅੱਗੇ ਵੀ ਹੁਣ ਔਰਤਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਦੁਬਾਰਾ ਖਾਸ ਤੌਰ 'ਤੇ ਸਿੱਖ ਔਰਤਾਂ ਜਿਹੜੀਆਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਇਹ ਜੋ ਖਾਲਸਾਈ ਸ਼ਾਨ ਸੀ ਜਿਸ ਵਿੱਚ ਕਿ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਉਹ ਕਿਵੇਂ ਮੁੜ ਤੋਂ ਬਰਕਰਾਰ ਕਰਵਾ ਸਕਦੀਆਂ ਨੇ? ਸਭ ਤੋਂ ਪਹਿਲਾਂ ਤੇ ਮੈਂ ਖਾਸ ਕਰਕੇ ਆਪਣੀਆਂ ਭੈਣਾਂ ਤੇ ਮਾਤਾਵਾਂ ਨੂੰ ਇਹ ਅਪੀਲ ਕਰਾਂਗਾ ਉਹ ਅੱਗੇ ਆਣ ਜੀ, ਕਿਉਂਕਿ ਆਪਣੇ ਹੱਕ ਮੰਗਣੇ ਪੈਂਦੇ ਨੇ ਜੀ। ਅਗਰ ਅਸੀਂ ਝੋਲੀ ਅੜਦੇ ਰਵਾਂਗੇ ਸਮਾਜ ਅੱਗੇ ਕਿ ਇਹ ਦਾਨ ਕਰੇ ਕੁਝ ਸਾਨੂੰ ਕੁਝ ਦਵੇ ਤਾਂ ਇਹ ਭੁੱਲ ਜਾਣਾ ਚਾਹੀਦਾ ਹੈ ਜੀ। ਸਾਡਾ ਪੁਰਸ਼ ਪ੍ਰਧਾਨ ਜਿਹੜਾ ਸਮਾਜ ਹੈ ਉਹ ਔਰਤ ਨੂੰ ਅੱਗੇ ਆਣ ਨਹੀਂ ਦਿੰਦਾ, ਉਹ ਮਾਨਤਾ ਨਹੀਂ ਦਿੰਦਾ, ਉਹ ਬਰਾਬਰਤਾ ਨਹੀਂ ਦਿੰਦਾ ਜੀ। ਅੱਜ ਜਿਵੇਂ ਸਮਾਜ ਦੇ ਵਿੱਚ ਪਹਿਲੇ ਨਾਲੋਂ ਚੇਂਜਿੰਗ ਆ ਚੁੱਕੀ ਹਰ ਧਰਮ ਵਿੱਚ, ਔਰਤ ਬਾਹਰ ਆ ਗਈ ਹੈ ਜੀ, ਉਹਨੂੰ ਆਪਣੇ ਕਾਰ ਵਿਹਾਰ ਸਮਾਜ ਦੇ ਵਿੱਚ ਉਹਨੂੰ ਥਾਂ ਕੁਰਸੀਆਂ ਮਿਲੀਆਂ ਨੇ। ਠੀਕ, ਤੇ ਮੈਂ ਕਹਿੰਦਾ ਵਾ ਜਿਨ੍ਹਾਂ ਨੂੰ ਮਿਲੀਆਂ ਨੇ ਉਹ ਬਾਬੇ ਨਾਨਕ ਨੂੰ ਚੇਤੇ ਕਰ ਲੈਣ ਕਿ ਉਹਦੀ ਆਵਾਜ਼ ਸਦਕੇ ਇਹ ਪ੍ਰਾਪਤੀਆਂ ਨੇ। ਤੇ ਜਿਹੜੀਆਂ ਖਾਸ ਕਰਕੇ ਜੇ ਅਸੀਂ ਆਪਣੀ ਬੀਬੀਆਂ ਦੀ ਗੱਲ ਕਰੀਏ ਔਰਤਾਂ ਦੀ ਜੀ, ਉਹਨਾਂ ਨੂੰ ਆਪ ਐਜੂਕੇਸ਼ਨ ਲੈਣੀ ਚਾਹੀਦੀ ਹੈ, ਆਪ ਗੁਰਮਤ ਸਿੱਖਣੀ ਚਾਹੀਦੀ ਹੈ। ਦੂਜੇ ਮਤਾਂ 'ਚ ਜੇ ਫਤਵਾ ਲਾਇਆ ਕਿ ਗੁਰਦੁਆਰੇ ਨਹੀਂ ਆ ਸਕਦੀਆਂ, ਉਹ ਧਾਰਮਿਕ ਸਥਾਨ ਤੇ ਜਾਂ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦੀਆਂ, ਪਰ ਇੱਥੇ ਤਾਂ ਇਜਾਜ਼ਤ ਹੈ ਨਾ। ਅਗਰ ਇੱਥੇ ਵੀ ਅਸੀਂ ਸਿਰਫ ਚੌਲੇ ਚੁੰਕੇ ਤੱਕ ਰਹਿ ਗਏ, ਅਸੀਂ ਕਿਉਂ ਨਹੀਂ ਪੜ੍ਹ ਸਕਦੇ? ਕਿਉਂ ਨਹੀਂ ਆਪ ਬਾਣੀ ਵਿਚਾਰ ਸਕਦੇ? ਆਪਣੀ ਹਿਸਟਰੀ ਨੂੰ ਪੜ੍ਹੀਏ, ਆਪਣਾ ਵਜੂਦ ਸਮਝੀਏ। ਮਾਤਾ ਭਾਗ ਕੌਰ ਵੰਗਰ, ਮਾਤਾ ਗੁਜਰ ਕੌਰ ਵੰਗਰ ਅੱਗੇ ਆ ਕੇ ਆਪਣੇ ਸਮਾਜ ਦੀਆਂ ਜ਼ਿੰਮੇਵਾਰੀਆਂ ਔਰਤਾਂ ਨੂੰ ਆਪ ਹੈਂਡਲ ਕਰਨੀਆਂ ਚਾਹੀਦੀਆਂ ਨੇ। ਔਰ ਸਾਡੀਆਂ ਧੀਆਂ ਇਹ ਅਜੇ ਸਮਾਜ ਦੇ ਵਿੱਚ ਕਰਮ ਕਰਨ, ਐਗਜ਼ਾਮਪਲ ਬਣਨ ਕਿ ਅਸੀਂ ਮਾਣ ਨਾਲ ਕਹਿ ਸਕੀਏ ਕਿ ਬਾਬੇ ਨਾਨਕ ਦਾ ਲਕਸ਼ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਬਿਲਕੁਲ, ਤਦ ਹੀ ਜੀ ਕੋਈ ਨਾ ਕੋਈ ਰਸਤਾ ਨਿਕਲੇਗਾ। ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਜਿੱਥੇ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ, ਲੇਕਿਨ ਨਾਲ ਗੁਰਮਤ ਦੀ ਜਿਹੜੀ ਤੁਸੀਂ ਗੱਲ ਕੀਤੀ ਕਿ ਵਿਚਾਰ ਰਾਹੀਂ ਇਹ ਸਮਝ ਕੇ ਜੋ ਹੈ ਆਪਣੇ ਘਰਾਂ 'ਚ ਲਿਆਵਾਂਗੇ ਤਾਂ ਜ਼ਰੂਰ ਕੁਝ ਨਾ ਕੁਝ ਪਰਿਵਰਤਨ ਆਏਗਾ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਜੀ ਉੱਤਰਾਖੰਡ ਨੇ ਜਿਸ ਵਿਸ਼ੇ 'ਤੇ ਅੱਜ ਸਾਂਝ ਪਾਈ ਹੈ ਜੀ, ਇਹ ਬੜਾ ਗੰਭੀਰਤਾ ਦਾ ਵਿਸ਼ਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਸੈਕਸ ਰੇਸ਼ੀਓ ਜੋ ਹੈ ਬਹੁਤ ਘਟਦਾ ਜਾ ਰਿਹਾ ਹੈ ਅਤੇ ਫੀਟੀਸਾਈਡ, ਜੈਂਡਰਸਾਈਡ ਜੋ ਹੈ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਸ ਵਿੱਚ ਨਾਲ ਜਿੱਥੇ ਕਿ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਸੀ ਕਿ ਗੁਰੂ ਨੇ ਜੇ ਇੱਕ ਨਵਾਂ ਸੰਕਲਪ ਸਾਡੇ ਸਾਹਮਣੇ ਲਿਆਂਦਾ ਸੀ, ਔਰਤ ਨੂੰ ਬਰਾਬਰ ਲਿਆ ਕੇ ਕਿਤੇ ਵੀ ਪਿੱਛੇ ਨਹੀਂ ਛੱਡਿਆ, ਲੇਕਿਨ ਅੱਜ ਅਸੀਂ ਸਿਰਫ ਜ਼ੁਬਾਨੀ ਕਲਾਮੀ ਤਾਂ ਗੱਲਾਂ ਬਾਤਾਂ ਕਰ ਰਹੇ ਹਾਂ ਪਰ ਇਸ ਵਾਸਤੇ ਕੋਈ ਪ੍ਰੈਕਟੀਕਲ ਸਟੈਪਸ ਨਹੀਂ ਲਏ ਜਾ ਰਹੇ। ਜਿੱਥੇ ਅਸੀਂ ਮੰਗ ਕਰਦੇ ਹਾਂ ਆਪਣੇ ਜਿਹੜੇ ਸਾਡੇ ਗੁਰਦੁਆਰਿਆਂ ਦੀ ਮੈਨੇਜਮੈਂਟਸ ਨੇ, ਗੁਰਦੁਆਰਿਆਂ ਦੇ ਜਿਹੜੇ ਕਾਬਜ਼ ਹੋਏ ਲੋਕ ਨੇ, ਉਹਨਾਂ ਤੋਂ ਮੰਗ ਕਰਦੇ ਹਾਂ, ਪਰ ਆਪਣਾ ਫਰਜ਼ ਜਿਹੜਾ ਹੈ ਉਸ ਨੂੰ ਅਸੀਂ ਜ਼ਰੂਰ ਪਹਿਚਾਨੀਏ ਤੇ ਆਪ ਕੀ ਯੋਗਦਾਨ ਪਾ ਸਕਦੇ ਹਾਂ ਵਿਮਨ ਇੰਪਾਵਰਮੈਂਟ ਦੇ ਸੰਬੰਧ ਵਿੱਚ ਕਿ ਸਿੱਖ ਔਰਤਾਂ ਨੂੰ ਬਰਾਬਰ ਦਾ ਹੱਕ ਮਿਲੇ। ਇਸ ਵਾਸਤੇ ਅਸੀਂ ਵੀ ਜ਼ਰੂਰ ਅੱਗੇ ਆਈਏ, ਪਰ ਨਾਲ ਸਾਡੀਆਂ ਸਿੱਖ ਬੀਬੀਆਂ ਜਿਹੜੀਆਂ ਨੇ ਇਹ ਵੀ ਜ਼ਰੂਰ ਇਹ ਆਪਣੇ ਅੰਦਰ ਸੈਲਫ ਐਨਾਲਿਸਿਸ ਕਰਨ ਕਿ ਉਹ ਕਿੱਥੇ ਖਲੋਤੀਆਂ ਨੇ, ਕਿ ਅੱਜ ਸਿਰਫ ਅਸੀਂ ਫੈਸ਼ਨ ਵਿੱਚ ਹੀ ਫਸਦੇ ਤਾਂ ਨਹੀਂ ਜਾ ਰਹੇ, ਕਿ ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਨਾਲ ਜੁੜਨ ਵਾਸਤੇ ਸਾਨੂੰ ਵੀ ਕੁਝ ਨਾ ਕੁਝ ਕਰਨਾ ਪਏਗਾ। ਆਸ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।